ਸਤਨਾਮ ਸ਼੍ਰੀ ਵਾਲਮੀਕ ਸਾਹਿਬ ਜੀ। ਸਤਨਾਮ ਸਤ ਕਰਤਾਰ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ। ਅਜ਼ਰ ਅਮਰਤ ਅਕਾਲ ਦਰਸ਼ੀ ਸ਼੍ਰੀ ਗੁਰੂ ਵਾਲਮੀਕ ਭਗਵਾਨ ਜੀ ਮਹਾਰਾਜ ਸਹਾਇ। ਸਤਿਗੁਰੂ ਗਿਆਨਨਾਥ, ਸਤਿਗੁਰੂ ਹਰਿਨਾਥ, ਸਤਿਗੁਰੂ ਮਲਕੀਤਨਾਥ, ਸਤਿਗੁਰੂ ਮਹਾਰਾਜ ਸਭ ਜੀਵਾਂ ਦੇ ਅੰਗ ਸੰਗ ਸਹਾਈ ਹੋਣ। ਰੱਖੀਏ ਕੋ ਗੁਰਮਤ ਚਲੋ ਮੁਬਾਰਕ ਹੈ। ਹੁਣ ਬਾਣੀ ਪੜ੍ਹਦੇ ਹਾਂ, ਬਾਣੀ ਗਾਉਂਦੇ ਹਾਂ, ਬੇਅੰਤ ਅੰਗਾਂ ਦੇ, ਇੱਕ ਅੰਗ ਦੀ ਗੱਲ ਨਹੀਂ ਹੈ, ਬੇਅੰਤ ਕਈਆਂ ਅੰਗਾਂ ਤੇ ਅਸੀਸ ਦਾ ਜ਼ਿਕਰ ਆਉਂਦਾ ਹੈ, ਵਰ ਦਾ ਜ਼ਿਕਰ ਆਉਂਦਾ ਹੈ, ਵਰਦਾਨ ਦਾ ਜ਼ਿਕਰ ਆਉਂਦਾ ਹੈ। ਅਸੀਸ, ਵਰ, ਵਰਦਾਨ, ਸ਼ੁਭ ਇਸ਼ਾਵਾਂ ਜ਼ਿਕਰ ਆਉਂਦਾ ਹੈ। ਹੁਣ ਦੇਖੋ, ਬਜ਼ੁਰਗਾਂ ਦੀ ਅਸੀਸ ਲੈਣੀ, ਵੱਡਿਆਂ ਦੀ ਅਸੀਸ ਲੈਣੀ, ਮਹਾਂਪੁਰਖਾਂ ਸੰਤਾਂ ਦੀ ਅਸੀਸ ਲੈਣੀ, ਕਿਆ ਬਾਤਾਂ। ਸੋ ਇਹੋ ਜਿਹੇ ਇਨਸਾਨ ਦੇ ਕਰਮ ਹੋਣੇ ਚਾਹੀਦੇ ਨੇ ਕਿ ਬੰਦਾ ਅਸੀਸਾਂ ਲਵੇ, ਅਸੀਸਾਂ ਲਵੇ। ਇਹੋ ਜਿਹਾ ਬੰਦਾ ਕਰਮ ਕਰੇ, ਕਿਸੇ ਕੋ ਵੀ ਬਦਦੁਆ ਨਾ ਲਵੇ। ਕਹਿੰਦੇ ਬਦਦੁਆ ਨਾ ਬੰਦੇ ਦੀ, ਜੇ ਕੋਈ ਬਦਦੁਆ ਦਿੰਦਾ ਹੈ ਤਾਂ 7 ਜਨਮਾਂ ਤੱਕ ਬਦਦੁਆ ਪਿੱਛਾ ਨਹੀਂ ਛੱਡਦੀ। ਜੇ 7 ਜਨਮ ਤੱਕ ਬਦਦੁਆ ਪਿੱਛਾ ਨਹੀਂ ਛੱਡਦੀ ਤਾਂ ਅਸੀਸ ਸੰਤਾਂ ਮਹਾਂਪੁਰਖਾਂ ਦੀ, ਬਜ਼ੁਰਗਾਂ ਦੀ ਅਸੀਸ ਤੋਂ ਵੀ 7 ਜਨਮੀ ਨਾਲ ਹੀ ਰਹਿੰਦੀ ਹੈ, ਉਹ ਵੀ ਨਾਲ ਰਹਿੰਦੀ ਹੈ। ਸੋ ਇਹੋ ਜਿਹੇ ਕਰਮ ਕਰੀਏ ਕਿ ਸਾਨੂੰ ਅਸੀਸਾਂ ਮਿਲਣ, ਬਜ਼ੁਰਗ ਅਸੀਸਾਂ ਦੇਣ, ਸਾਣੇ ਪੁਰਖ ਅਸੀਸਾਂ ਦੇਣ, ਉਹ ਸੰਤ ਰਹਿਬਰ ਸਾਨੂੰ ਅਸੀਸਾਂ ਦੇਣ, ਵਰਦਾਨ ਦੇਣ। ਲੈ ਭਾਈ ਰਾਜੀ ਰਹਿ, ਰੱਬ ਤੇਰਾ ਭਲਾ ਕਰੇ। ਸੋ ਇਹੋ ਜਿਹੀਆਂ ਅਸੀਸਾਂ, ਕਈਆਂ ਅੰਗਾਂ ਤੇ ਅਸੀਸਾਂ ਦੀ ਗੱਲ ਆਉਂਦੀ ਹੈ ਕਿ ਅਸੀਸ ਬਖਸ਼ ਕੇ ਸੰਤ ਜਨ ਜੇ ਦੇਵਨ ਦਿਲੋਂ ਦਵਾ। ਅਸੀਸ ਬਖਸ਼ ਕੇ ਸੰਤ ਜਨ ਜੇ ਦੇਵਨ ਦਿਲੋਂ ਦਵਾ, ਧੂਣੇ ਦੀ ਕੋਈ ਚਟਕਿਓ ਦਿੰਦੇ ਰੋਗ ਗਵਾ। ਕਹਿੰਦੇ ਧੂਣੇ ਦਾ ਚੁਟਕਾ ਇੱਕ ਕੋਈ ਰਾਖ ਹੋਈ, ਕੋਈ ਧਾਗਾ ਹੋਇਆ, ਇੱਕ ਕਾਰਨ ਬਣ ਜਾਂਦਾ, ਬਹਾਨਾ ਬਣ ਜਾਂਦਾ ਹੈ। ਪਰ ਅਸਰ ਕੀ ਕਰਦਾ ਹੈ? ਸੰਤਾਂ ਦੀ ਅਸੀਸ, ਰੱਬ ਦੇ ਕੀਤੀ ਹੋਈ ਦੁਆ ਬੰਦਗੀ ਅਸਰ ਉਹ ਕਰਦੀ ਹੈ। ਧਾਗਾ ਤਾਂ ਕੋਈ ਰਾਖ ਹੋਈ, ਉਹਦਾ ਇੱਕ ਬਹਾਨਾ ਬਣ ਜਾਂਦਾ ਹੈ, ਕਿਉਂਕਿ ਉਹ ਸਿੱਧਾ ਆਪਣੇ ਤੇ ਨਹੀਂ ਲੈਂਦੇ, ਲੈ ਕੋਈ ਅਸੀਂ ਕੀਤਾ, ਕਹਿੰਦੇ ਆ ਚੁਟਕੀ ਰਾਖਦੀ ਹੈ, ਇਹਨੇ ਕੀਤਾ ਭਾਈ, ਰੱਬ ਨੇ ਕੀਤਾ। ਅਸੀਸ ਬਖਸ਼ ਕੇ ਸੰਤ ਜਨ, ਅਸੀਸ ਕੇ ਲੈ ਭਾਈ ਰੱਬ ਤੇਰਾ ਭਲਾ ਕਰੇ, ਰਾਜੀ ਰਹਿ, ਜੋ ਜੋ ਜੀਓ, ਇਹ ਹੋ ਗਿਆ ਅਸੀਸ। ਤੇ ਨਾਲ ਦੁਆ ਦੀ ਗੱਲ ਆਈ ਹੈ, ਅਸੀਸ ਬਖਸ਼ ਸੰਤ ਨੇ ਜੇ ਜੀਵਨ ਦਿਲੋਂ ਦੁਆ। ਹਾਂ ਦੁਆ ਆਪਾਂ ਕਦੇ ਕਰਦੇ ਹਾਂ ਪਰਮਾਤਮਾ ਅੱਗੇ ਜਾਂ ਗੁਰਾਂ ਅੱਗੇ, ਲੈ ਗੁਰੂ ਮਹਾਰਾਜ ਆਹ ਦੁਆ ਹੈ ਆਪਦੇ ਅੱਗੇ, ਆਹ ਫਰਿਆਦ ਆਪਦੇ ਅੱਗੇ, ਇੱਦਾਂ ਕਰੀ ਤੂੰ ਉੱਦਾਂ ਕਰੀ, ਪਰਮਾਤਮਾ ਇੱਦਾਂ ਕਰੀ, ਆਹ ਕਾਰਜ ਕਰੀ। ਉਹ ਹੋ ਗਈ ਦੁਆ, ਅਸੀਸ ਦੁਆ। ਕਈਆਂ ਅੰਗਾਂ ਦਾ ਜ਼ਿਕਰ ਆਉਂਦਾ ਹੈ। ਹੁਣ ਤੁਸੀਂ ਭਾਈ ਲੈਣਾ ਚਾਹੁੰਦੇ ਹੋ ਸੰਤਾਂ ਦੀਆਂ ਅਸੀਸਾਂ, ਕਿਉਂਕਿ ਹਰ ਕੋਈ ਚਾਹੁੰਦਾ ਹੈ ਸੰਤਾਂ ਦੀਆਂ ਅਸੀਸਾਂ ਲੈਣ, ਸੰਤਾਂ ਦੀਆਂ ਦੁਆਵਾਂ ਲਓ ਭਾਈ। ਰੱਬ ਦੇ ਜੋ ਵੀ ਜੀਵ ਹੈ, ਦੁਆਵਾਂ ਲਓ, ਅਸੀਸਾਂ ਲਓ, ਵਾਰੇ ਨਿਆਰੇ ਇੱਥੇ ਹੋ ਜਾਣੇ ਹੈ। ਬਹੁਤ ਜ਼ਿਕਰ ਆਉਂਦਾ ਅਸੀਸਾਂ ਦਾ।
ਸਾਡੇ ਦਿਮਾਗ 'ਚੋਂ ਬਚਨ ਘੁੰਮ ਰਹੇ ਆ। ਸੋ ਕਥਾ ਕਹਾਣੀ 'ਤੇ ਆਉਂਦੇ ਆ। ਸ਼ਾਹ ਮਨਸੂਰ ਹੋਏ ਆ। ਹੁਣ ਫਾਇਦਾ ਕਹਿੰਦੇ ਕੀ ਆ ਸੀਸਾ ਲੈਣ ਦਾ, ਦੁਆਵਾਂ ਲੈਣ ਦਾ। ਸ਼ਾਹ ਮਨਸੂਰ ਜੀ ਦਾ ਨਵਾਂ ਆਉਂਦਾ ਹੈ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੀ ਬਾਣੀ ਅੰਦਰ 2-3 ਅੰਗਾਂ 'ਤੇ ਆਉਂਦਾ ਹੈ। ਜਿਹਨਾਂ ਨੇ ਐਲਨ ਹੱਕ ਪੁਕਾਰਿਆ, ਸੱਚ ਪੁਕਾਰਿਆ, ਉਹਨਾਂ ਰੱਬ ਦੇ ਆਸ਼ਿਕਾਂ ਦਾ ਨਵਾਂ ਆਉਂਦਾ ਹੈ। ਗੁਰਾਂ ਨੇ ਸਿਫਤ ਕੀਤੀ ਉਹਨਾਂ ਦੀ ਆਪਣੀ ਬਾਣੀ ਅੰਦਰ। ਕਹਿੰਦੇ ਸ਼ਾਹ ਮਨਸੂਰ ਹੋਏ ਆ ਤੇ ਗਲੀ ਮੁਹੱਲੇ ਦੇ ਇੱਕ ਚੌਂਕ 'ਚ ਬੈਠੇ ਆ। ਚੌਂਕ 'ਚ ਬੈਠੇ ਤੇ ਇਹ ਪੁਕਾਰਾਂ ਕਰਦੇ, ਭਾਈ ਇੱਕ ਸਿੱਕਾ ਦੇ ਜਾਓ ਤੇ ਅਸੀਸ ਦਵਾ ਲੈ ਜਾਓ। ਇੱਕ ਸਿੱਕਾ ਦੇ ਜਾਓ, ਅਸੀਸ ਦਵਾ ਲੈ ਜਾਓ। ਹੁਣ ਜਿਹੜਾ ਬੰਦਾ ਲੰਘਦਾ ਹੈ ਉਹ ਕਹਿੰਦਾ ਕਮਲਾ ਹੈ ਭਾਈ, ਪਾਗਲ ਹੈ। ਦੱਸ ਇਹਦੀ ਅਸੀਸ ਆਪਾਂ ਕੀ ਕਰਨੀ ਹੈ, ਇਹਦੀ ਦੁਆ ਆਪਾਂ ਕੀ ਕਰਨੀ ਹੈ? ਸਿੱਕਾ ਦੇਈਏ, ਇਹਨੂੰ ਸਿੱਕਾ ਦੇਈਏ। ਦੱਸੋ ਤਾਂ ਸਿੱਕਾ ਸਾਡੇ ਹੋਰ ਕੰਮ ਨਹੀਂ ਆਏਗਾ। ਜਦੋਂ ਬਾਣੀ 'ਚ ਗੱਲ ਆਉਂਦੀ ਹੈ ਕਿ ਵਾਰੀ ਵਾਰੀ ਸੰਗਤਾਂ ਸਾਰੀਆਂ ਸ਼ਰਧਾ ਨਾਲ ਭੇਟਾਂ ਕਰਦੀਆਂ ਗੁਰਾਂ ਨੂੰ ਅਸ਼ਰਫੀਆਂ ਤੇ ਲਾਲ। ਵਾਰੀ ਵਾਰੀ ਸੰਗਤਾਂ ਸਾਰੀਆਂ ਸ਼ਰਧਾ ਨਾਲ, ਆਪਾਂ ਗੁਰਾਂ ਕੋਲ ਜਾਂਦੇ ਹਾਂ, ਸੰਤਾਂ ਕੋਲ ਜਾਂਦੇ ਹਾਂ, ਪ੍ਰਣਾਮ ਕਰਦੇ ਹਾਂ। ਕੋਈ 10 ਰੁਪਏ ਰੱਖਦਾ, ਕੋਈ 20 ਰੁਪਏ ਰੱਖਦਾ, ਕੋਈ ਨੋਟਾਂ ਦੀ ਹਾਰ ਲੈ ਕੇ ਜਾਂਦਾ ਹੈ, ਕੋਈ ਫਲ ਫਰੂਟ ਲੈ ਕੇ ਜਾਂਦਾ। ਆਪਣੀ ਵੱਖਰੀ ਵੱਖਰੀ ਜੋ ਮਨ ਦੇ ਚਾਅ ਹੈ। ਕੋਈ ਕੱਪੜਾ ਲੈ ਗਿਆ, ਕੋਈ ਮਠਿਆਈ ਲੈ ਗਿਆ। ਸੰਤਾਂ ਕੋਲ ਚਲੋ ਅਸੀਸ ਲਈਏ ਕਿ ਸੰਤ ਜਨਾਂ ਕੋਲ ਅਸੀਸ ਪੁਰਸ਼ ਨੂੰ ਮਿਲਦੀ ਨਹੀਂ ਪ੍ਰਣਾਮ ਦੇ ਬਾਝੋਂ। ਸੋ ਪ੍ਰਣਾਮ ਕਰਨ ਦਾ ਆਪਣਾ ਵੱਖਰਾ ਵੱਖਰਾ ਢੰਗ ਹੁੰਦਾ ਹੈ, ਤਰੀਕਾ ਹੁੰਦਾ ਹੈ। ਕੋਈ ਮਠਿਆਈ ਨਾਲ ਪ੍ਰਣਾਮ ਕਰ ਜਾਂਦਾ ਹੈ, ਕੋਈ ਸਿੱਕਿਆਂ ਨਾਲ ਪ੍ਰਣਾਮ ਕਰ ਜਾਂਦਾ ਹੈ, ਕੋਈ ਹਾਰਾਂ ਨਾਲ ਪ੍ਰਣਾਮ ਕਰ ਜਾਂਦਾ ਹੈ, ਕੋਈ ਸੋਨੇ ਚਾਂਦੀ ਦੇ ਗਹਿਣੇ ਭੇਟਾਂ ਕਰ ਦਿੰਦਾ ਹੈ। ਕਿ ਵਾਰੀ ਵਾਰੀ ਸੰਗਤਾਂ ਸਾਰੀਆਂ ਸ਼ਰਧਾ ਨਾਲ ਭੇਟਾਂ ਕਰਦੀਆਂ ਗੁਰਾਂ ਨੂੰ ਅਸ਼ਰਫੀਆਂ ਤੇ ਲਾਲ। ਸਤਿਗੁਰ ਸਭ ਨੂੰ ਬਖਸ਼ਦੇ ਅਸੀਸਾਂ ਤੇ ਵਰਦਾਨ, ਖੁਸ਼ੀਆਂ ਬਖਸ਼ਣ ਆਪ ਨੂੰ ਵਾਲਮੀਕ ਭਗਵਾਨ। ਖੁਸ਼ੀਆਂ ਬਖਸ਼ਣ ਆਪ ਨੂੰ ਵਾਲਮੀਕ ਭਗਵਾਨ। ਇਹ ਹੋ ਗਈ ਦੁਆ। ਵਾਲਮੀਕ ਭਗਵਾਨ ਅਜੀਵਨ ਖੁਸ਼ੀਆਂ ਬਖਸ਼ੀ, ਦਾਤਾ ਕਲਿਆਣ ਕਰੀ, ਅਸੀਸ ਬਖਸ਼ੀ। ਹੁਣ ਏਦਾਂ ਹੀ ਸ਼ਾਹ ਮਨਸੂਰ ਜੀ, ਭਾਈ ਆ ਜਾਓ, ਸਿੱਕਾ ਇੱਕ ਦੇ ਜਾਓ ਤੇ ਰੱਬ ਦੇ ਪਿਆਰਿਆਂ ਤੋਂ, ਰੱਬ ਦੇ ਆਸ਼ਿਕਾਂ ਤੋਂ ਕਹਿੰਦੇ ਅਸੀਸ ਦੁਆ ਲੈ ਜਾਓ। ਤੁਹਾਨੂੰ ਭਾਈ ਦੁਆਵਾਂ ਦੀ ਲੋੜ ਹੈ, ਤੁਹਾਨੂੰ ਅਸੀਸਾਂ ਦੀ ਲੋੜ ਹੈ। ਇਸ ਕਰਕੇ ਪਹਿਲਾਂ ਪੁੱਛਦੇ ਹਾਂ ਭਾਈ ਕਿ ਤੁਹਾਨੂੰ ਅਸੀਸ ਦੀ ਲੋੜ ਹੈ ਕਿ ਨਹੀਂ ਹੈ? ਸੰਤਾਂ ਦੀਆਂ ਦੁਆਵਾਂ ਦੀ ਲੋੜ ਹੈ ਕਿ ਨਹੀਂ ਹੈ? ਤੁਸੀਂ ਕਹੋਗੇ ਹੈ। ਹੁਣ ਇੱਦਾਂ ਸਾਰੇ ਲੋਕ ਕਮਰੇ ਕਹਿੰਦੇ, ਪਾਗਲ ਕਹਿੰਦੇ ਆ, ਕਿਉਂਕਿ ਆਸ਼ਕਾਂ ਨੂੰ ਲੋਕਾਂ ਨੇ ਪਾਗਲ ਹੀ ਕਿਹਾ ਹੈ। ਸੱਚ ਵਾਸਤੇ, ਹੱਕ ਵਾਸਤੇ ਸੂਲੀ ਚੜ੍ਹ ਗਏ ਹੈ, ਅੰਗ ਅੰਗ ਕਟਵਾ ਲਿਆ ਹੈ ਤੇ ਪਾਗਲ ਅਖਵਾਏ ਹੈ, ਕਮਲੇ ਅਖਵਾਏ ਹੈ। ਕਮਲੇ ਇਸ ਕਰਕੇ ਕਿਉਂਕਿ ਸੱਚ ਉਚਾਰਿਆ, ਇਸ਼ਕ ਸੀ ਸੱਚ ਦੇ ਨਾਲ, ਹੱਕ ਦੇ ਨਾਲ, ਇਸ ਕਰਕੇ ਕਮਲੇ। ਪਾਗਲ ਜਿਨ੍ਹਾਂ ਨੇ ਗੱਲ ਨੂੰ ਪਾ ਲਿਆ ਉਹਨੂੰ ਕਹਿੰਦੇ ਪਾਗਲ। ਪਾਗਲ ਜਿਨ੍ਹਾਂ ਨੇ ਗੱਲ ਨੂੰ ਪਾ ਲਿਆ ਪਾਗਲ ਹੋ ਗਏ। ਉਹਨਾਂ ਨੇ ਰੱਬ ਦੀ ਗੱਲ ਨੂੰ ਪਾ ਲਿਆ, ਰੱਬ ਦੇ ਇਸ਼ਕ ਨੂੰ ਪਾ ਲਿਆ ਤੇ ਪਾਗਲ ਹੋ ਗਏ, ਕਮਲੇ ਹੋ ਗਏ। ਲੋਕੀ ਕਮਲੇ ਪਾਗਲ ਕਹਿੰਦੇ ਆ। ਹੁਣ ਕੋਈ ਵੀ ਸਿੱਕਾ ਨਹੀਂ ਦਿੰਦਾ, ਲੈ ਭਾਈਆ ਸਿੱਕਾ ਲੈ, ਚੱਲ ਦੇ ਮੈਨੂੰ ਦਵਾਵਾਂ, ਦੇ ਮੈਨੂੰ ਅਸੀਸਾਂ, ਮੇਰੇ ਜੀਵਨ ਦਾ ਕਲਿਆਣ ਹੋਵੇ। ਕੋਈ ਮੂੰਹ ਹੀ ਨਹੀਂ ਕਰਦਾ ਉੱਧਰ। ਹੁਣ ਇੱਦਾਂ ਇੱਕ ਸੇਠ ਆਉਂਦਾ, ਨਵਾਬ ਆਉਂਦਾ ਹੈ ਤੇ ਗੁਜ਼ਰਦਾ ਉਹ ਤੋਂ, ਚੰਗਾ ਸ਼ਾਹੂਕਾਰ ਹੈ, ਨਵਾਬ ਹੈ। ਹੁਣ ਸ਼ਾਹ ਮਨਸੂਰ ਜੀ ਸੰਤ ਜੀ ਆਪਦੇ ਆਸ਼ਿਕ ਆਵਾਜ਼ ਮਾਰਦੇ ਕਿ ਸੇਠ ਨਵਾਬ ਰੁਕ, ਠਹਿਰ, ਦੌੜ ਕੇ ਆ, ਸਿੱਕਾ ਇੱਕ ਦੇ ਜਾ ਤੇ ਦੁਆਵਾਂ ਲੈ ਜਾ, ਅਸੀਸਾਂ ਲੈ ਜਾ, ਤੈਨੂੰ ਅੱਜ ਬਹੁਤ ਲੋੜ ਹੈ ਦੁਆ ਦੀ। ਬਜ਼ੁਰਗੋ ਸ਼ਾਹ ਮਨਸੂਰ ਕਹਿੰਦੇ ਕਿ ਨਵਾਬ ਜੀ ਆ ਜਾਓ, ਤੁਹਾਨੂੰ ਅੱਜ ਬਹੁਤ ਲੋੜ ਹੈ, ਤੁਹਾਨੂੰ ਜ਼ਰੂਰੀ ਹੈ ਅੱਜ ਦੁਆਵਾਂ ਦੀ ਲੋੜ। ਤੇ ਲੋਕੀ ਗੱਲਾਂ ਬਾਤਾਂ ਕਰਕੇ, ਨਹੀਂ ਨਹੀਂ ਨਵਾਬ ਜੀ ਤੁਸੀਂ, ਸ਼ਾਹ ਜੀ ਜਾਓ ਜਾਓ, ਕੋਈ ਗੱਲ ਨਹੀਂ, ਇਹ ਤਾਂ ਕਮਲਾ ਬੰਦਾ ਹੈ,
ਐਵੇਂ ਸਾਰੇ ਆਵਾਜ਼ਾਂ ਮਾਰਦਾ ਫਿਰਦਾ ਹੈ। ਸ਼ਾਹ ਮਸੂਰ ਕਹਿੰਦੇ ਭਾਈ ਤੈਨੂੰ ਅਜੇ ਲੋੜ ਹੈ, ਤੂੰ ਲੈ ਜਾ, ਇਹਨਾਂ ਦੇ ਪਿੱਛੇ ਨਾ ਲੱਗ, ਨਹੀਂ ਤਾਂ ਖਾਲੀ ਰਹਿ ਜਾਏਗਾ, ਫਿਰ ਬਾਅਦ 'ਚ ਪਛਤਾਉਣਾ ਤੂੰ। ਹੁਣ ਤੈਨੂੰ ਸਮਝਾ ਰਹੇ ਇੱਕ ਸਿੱਕੇ ਦੀ ਗੱਲ ਹੈ, ਤੂੰ ਤਾਂ ਐਡਾ ਵੱਡਾ ਸ਼ਾਹੂਕਾਰ ਹੈ, ਨਵਾਬ ਹੈ, ਬੇਸ਼ੁਮਾਰ ਤੇਰੇ ਕੋਲ ਮਾਇਆ ਹੈ, ਇੱਕ ਸਿੱਕਾ ਹੀ ਹੈ ਤੇ ਲੱਖਾਂ ਦੀਆਂ ਦਵਾਵਾਂ ਤੋਂ ਲੈ ਜਾ ਸਿੱਕਾ ਦੇ ਕੇ। ਤੇ ਚਲੋ ਮਨ ਬਦਲਿਆ, ਲੋਕਾਂ ਦੀਆਂ ਗੱਲਾਂ ਨੂੰ ਪਰੇ ਕੀਤਾ ਕਿ ਚਲੋ ਭਾਈ ਸਿੱਕਾ ਹੀ ਇੱਕ ਹੈ, ਚਲੋ ਲੈ ਲੈਂਦੇ ਆ। ਅੱਲਾ ਬਾਬਾ ਜੀ ਆ ਸਿੱਕਾ ਲਓ ਤੇ ਚਲੋ ਅਸੀਂ ਦਿਓ ਵਰਦਾਨ ਦਿਓ, ਚਲੋ ਦੁਆ ਕਰੋ ਸਾਡੇ ਵਾਸਤੇ। ਤੇ ਸਿੱਕਾ ਲਿਆ, ਸ਼ਾਹ ਮਨਸੂਰ ਜੀ ਨੇ ਦੁਆ ਕੀਤੀ ਗਈ, ਅੱਲਾਹ ਤਾਲਾ ਹੈ ਪਰਮਾਤਮਾ ਆ ਬੰਦੇ ਦਾ ਕਲਿਆਣ ਕਰੀ, ਸਾਡੀ ਅਰਦਾਸ ਹੈ ਤੇਰੇ ਅੱਗੇ, ਦੁਆ ਹੈ ਤੇਰੇ ਅੱਗੇ, ਆ ਬੰਦੇ ਦਾ ਜੀਵ ਦਾ ਤੂੰ ਕਲਿਆਣ ਕਰੀ। ਤੇ ਚਲੋ ਦੁਆ ਲੈ ਕੇ, ਅਸੀਸ ਲੈ ਕੇ ਨਵਾਬ ਜੀ ਚਲੇ ਗਏ ਆਪਣੇ ਗ੍ਰਹਿ ਵੱਲ। ਗ੍ਰਹਿ ਵੱਲ ਗਏ, ਤੁਰੇ ਜਾ ਰਹੇ ਆ ਤੇ ਉੱਧਰੋਂ ਜੋ ਉਹਨਾਂ ਦੀ ਪਤਨੀ ਹੈ ਨਾ, ਉਹ ਸੀ ਗਰਭਵਤੀ, ਆਖਰੀ ਦਿਨ ਚੱਲ ਰਹੇ ਹੈ, ਗਰਭਵਤੀ ਹੈ, ਚਵਾਰਾ ਪਾਇਆ ਹੈ। ਹੁਣ ਚਵਾਰੇ ਤੇ ਟਹਿਲ ਰਹੀ ਹੈ, ਹੋਇਆ ਕਿ ਅਚਾਨਕ ਪੈਰ ਤਿਲਕਿਆ, ਫਿਸਲਿਆ ਤੇ ਉੱਪਰੋਂ ਡਿੱਗਦੀ ਥੱਲੇ ਆ ਰਹੀ ਹੈ। ਡਿੱਗਦੀ ਥੱਲੇ ਆ ਰਹੀ ਹੈ ਤੇ ਲੋਕਾਂ ਨੇ ਦੇਖਿਆ, ਸਾਰਿਆਂ ਨੇ, ਕਿ ਚੀਕਾਂ ਪਈਆਂ, ਦੁਹਾਈਆਂ ਪਈਆਂ, ਬੰਦਾ ਡਿੱਗਦਾ ਹੈ, ਚੀਕਦਾ ਮਾਰਦਾ ਹੀ ਹੈ, ਰੌਲਾ ਤਾਂ ਪਾਉਂਦਾ ਹੀ ਹੈ। ਹੁਣ ਸਾਰੀ ਗਲੀ ਮਹੱਲੇ ਵਾਲੇ ਵੇਖਦੇ ਕਿ ਹਾਂ ਵੀ ਨਵਾਬ ਦੀ ਔਰਤ ਹੈ, ਗਰਭਵਤੀ ਹੈ, ਡਿੱਗ ਗਈ ਚਵਾਰੇ ਉੱਪਰੋਂ। ਹੁਣ ਲੋਕਾਂ ਨੇ ਵੀ ਦੇਖਿਆ, ਔਰਤਾਂ ਨੇ ਵੀ ਦੇਖਿਆ, ਜਿੱਦਾਂ ਉੱਪਰੋਂ ਡਿੱਗ ਰਹੀ ਹੈ, ਥੱਲੇ ਸੰਤ ਮਹਾਂਪੁਰਖ ਬੈਠੇ ਹੈ, ਉਹਨਾਂ ਨੇ ਆਪਣੀ ਗੋਦ ਵਿੱਚ ਲੈਣਾ ਕਰ ਲਿਆ, ਕੈਚ ਕਰ ਲਿਆ, ਪਕੜਿਆ। ਇਹ ਫੁੱਲ ਦੇ ਵਾਂਗ, ਕਲੀਆਂ ਵਾਂਗੂ ਉਹ ਧੀ-ਧਿਆਣ ਨੇ ਪਕੜ ਲਿਆ ਸੰਤਾਂ ਨੇ ਤੇ ਖੜੀਆ ਕਰ ਦਿੱਤਾ ਜ਼ਮੀਨ ਤੇ। ਹਾਂ ਧੀਏ, ਕੋਈ ਸੱਟ ਤੇ ਨਹੀਂ ਲੱਗੀ? ਠੀਕ ਹੈ, ਖੈਰੀਅਤ ਹੈ? ਕਹਿੰਦੀ ਹਾਂਜੀ ਬਾਬਾ ਜੀ ਖੈਰੀਅਤ ਹੈ। ਆਪ ਕੌਣ? ਇਹ ਸਾਡਾ ਨਾ ਪੁੱਛੇ ਕੌਣ ਹੈ। ਸੁਰੱਖਿਆ ਕੀਤੀ, ਸੰਭਾਲ ਕੀਤੀ, ਫਿਰ ਤੁਰਦੇ ਬਣੇ। ਸਾਰੇ ਲੋਕਾਂ ਨੇ ਦੇਖਿਆ। ਹੁਣ ਤਾਂ ਨਵਾਬ ਪਹੁੰਚਿਆ ਘਰ ਦੇ ਅੰਦਰ। ਹਾਂ ਵੀ ਬੜੇ ਬੰਦੇ ਇਕੱਠੇ ਹੋਏ, ਕੀ ਗੱਲ ਹੈ? ਖੈਰੀਅਤ ਹੈ, ਸੁੱਖ ਸ਼ਾਂਤੀ ਹੈ। ਕਹਿੰਦੇ ਨਵਾਬ ਜੀ, ਸ਼ਾਹ ਜੀ ਗੱਲ ਇੱਦਾਂ ਹੋਈ, ਆਪਦੀ ਪਤਨੀ ਚਵਾਰੇ ਤੋਂ ਡਿੱਗੀ ਹੈ, ਬਾਬਾ ਜੀ ਇੱਥੇ ਆਏ ਸੀ, ਕੋਈ ਆਹ ਉਹਨਾਂ ਦਾ ਬਾਣਾ ਸੀ, ਆਹ ਉਹਨਾਂ ਦੀ ਸ਼ਕਲ ਸੀ, ਉਹ ਬਚਾ ਗਏ ਹੈ ਤੇ ਪਤਾ ਨਹੀਂ ਕਿੱਥੇ ਚਲੇ ਗਏ। ਕਹਿੰਦੇ ਕਿੱਦਾਂ ਦਾ ਪਹਿਰਾਵਾ ਸੀ? ਇੱਦਾਂ ਦਾ ਪਹਿਰਾਵਾ ਸੀ। ਸ਼ਕਲ ਕਿੱਦਾਂ ਦੀ ਸੀ? ਇੱਦਾਂ ਦੀ ਸ਼ਕਲ ਸੀ। ਕਹਿੰਦੇ ਅੱਛਾ। ਕਹਿੰਦੇ ਇਹਨਾਂ ਨੂੰ ਤਾਂ ਆਪਾਂ ਹੁਣੇ ਹੁਣੇ ਮਿਲ ਕੇ ਹੀ ਆਏ ਹਾਂ, ਸਿੱਕਾ ਦੇ ਕੇ ਆਏ, ਦਵਾਵਾਂ ਲੈ ਕੇ ਆਏ ਹਾਂ, ਹੁਣੇ ਮਿਲ ਕੇ ਆਏ। ਫਿਰ ਦੌੜਿਆ, ਫਿਰ ਪਿੱਛੇ ਨੂੰ ਦੌੜਿਆ ਉਸੇ ਚੌਂਕ 'ਚ ਪਹੁੰਚਾ ਤੇ ਸ਼ਾਹ ਮਨਸੂਰ ਉੱਤੇ ਬੈਠੇ ਹੋਏ। ਜਾ ਕੇ ਪੈਰੀ ਪਿਆ, ਚਰਨੀ ਪਿਆ ਕਿ ਮਹਾਰਾਜ ਸ਼ੁਕਰ ਹੈ ਆਪ ਦਾ, ਆਪਨੇ ਕਿਹਾ ਸੀ ਕਿ ਮੈਨੂੰ ਦੁਆਵਾਂ ਦੀ ਲੋੜ ਹੈ, ਤੇ ਵਾਕਈ ਮੈਨੂੰ ਦੁਆਵਾਂ ਦੀ ਲੋੜ ਸੀ ਅੱਜ, ਤੇ ਆਪਦੀ ਦੁਆਵਾਂ ਨੇ ਮੇਰਾ ਜੀਵਨ ਬਚਾ ਲਿਆ, ਮੇਰੀ ਜ਼ਿੰਦਗੀ ਬਚਾ ਲਈ, ਮੇਰਾ ਬੱਚਾ ਬਚਾ ਲਿਆ, ਮੇਰੀ ਪਤਨੀ ਬਚਾ ਲਈ। ਸ਼ੁਕਰ ਹੈ ਆਪ ਦਾ। ਤੇ ਸ਼ਾਹ ਮਨਸੂਰ ਕਹਿਣਗੇ ਇਸ ਕਰਕੇ ਪਿਆਰਾ ਤੈਨੂੰ ਕਹਿੰਦੇ ਸੀ ਤੈਨੂੰ ਅੱਜ ਦੁਆਵਾਂ ਦੀ ਲੋੜ ਹੈ, ਤੈਨੂੰ ਅੱਜ ਅਸੀਸਾਂ ਦੀ ਲੋੜ ਹੈ। ਇਸ ਤਰ੍ਹਾਂ ਰੱਬ ਅੱਗੇ ਦੁਆ ਕੀਤੀ, ਬਾਕੀ ਤਾਂ ਉਹ ਅੱਲਾਹ ਤਾਲਾ ਆਪ ਹੀ ਕਹਿੰਦੇ ਕਰ ਗਿਆ, ਅਸੀਂ ਕੁਝ ਨਹੀਂ ਕੀਤਾ। ਉਹ ਅੱਲਾਹ ਤਾਲਾ ਪਰਮਾਤਮਾ ਆਪ ਹੀ ਕਰ ਗਿਆ, ਆਪਾਂ ਤਾਂ ਦੁਆ ਕੀਤੀ ਹੈ, ਅਸੀਸ ਦਿੱਤੀ ਹੈ। ਸੋ ਇੱਦਾਂ ਤੇ ਸੰਤਾਂ ਦੀਆਂ ਅਸੀਸਾਂ ਲਈਆਂ, ਸੰਤਾਂ ਕੋ ਵਰਦਾਨ ਲਈਏ, ਉਹ ਸਾਡੇ ਜੀਵਨ ਲਈ ਜ਼ਰੂਰੀ ਹੈ। ਜੀਵਨ ਦਾ ਕਲਿਆਣ ਉਹਨਾਂ ਦੀ ਦੁਆਵਾਂ ਵਿੱਚ, ਅਸੀਸਾਂ ਵਿੱਚ ਹੈ ਕਿ ਵਾਰੀ ਵਾਰੀ ਸੰਗਤਾਂ ਸਾਰੀਆਂ ਸ਼ਰਧਾ ਨਾਲ ਭੇਟਾਂ ਕਰਦੀਆਂ ਗੁਰਾਂ ਨੂੰ ਅਸ਼ਰਫੀਆਂ ਤੇ ਲਾਲ। ਇੱਕ ਸਿੱਕੇ ਦੀ ਗੱਲ ਸੀ ਨਾ, ਇੱਥੇ ਸ਼ਰਫੀਆਂ ਲਾਲ ਭੇਟਾਂ ਕਰਦੀਆਂ ਗੁਰਾਂ ਨੂੰ ਅਸ਼ਰਫੀਆਂ ਤੇ ਲਾਲ, ਕਿ ਸਤਿਗੁਰ ਸਭ ਨੂੰ ਬਖਸ਼ੇ ਅਸੀਸਾਂ ਤੇ ਵਰਦਾਨ, ਖੁਸ਼ੀਆਂ ਬਖਸ਼ਣ ਆਪ ਨੂੰ ਗੁਰੂ ਵਾਲਮੀਕ ਭਗਵਾਨ। ਅਸੀਸ ਬਖਸ਼ ਕੇ ਸੰਤ ਜਨ ਜੇ ਦੇਵਨ ਦਿਲੋਂ ਦਵਾ, ਧੂਣੇ ਦੇ ਚਟਕੇ ਦਿੰਦੇ ਰੋਗ ਗਵਾ। ਹੁਣ ਜਿਹੜਾ ਦੁੱਖ ਬਣਨਾ ਸੀ, ਰੋਗ ਬਣ ਜਾਣਾ ਸੀ ਅੰਦਰ, ਕਦਾ ਕਹਾਣੀ ਦੇਖੋ ਕਿਦਾ ਸੰਤਾਂ ਵਿਚਾਲਾ ਬਚਾਉਣਾ ਕਰ ਲਿਆ। ਸੋ ਇਹ ਫਲ ਹੈ ਦੁਆਵਾਂ ਲੈਣ ਦਾ, ਅਸੀਸਾਂ ਲੈਣ ਦਾ, ਇਹ ਫਲ ਹੈ।
ਸਜਦਾ ਕੁਝ ਹੰਕਾਰੇ ਵੀ ਹੁੰਦੇ ਆ। ਇੱਕ ਫਿਲਮ ਦੀ ਕਹਾਣੀ ਚਿੱਤੇ ਆਈ, ਹੁਣ ਇੱਕ ਰਾਣੀ ਮਹਾਰਾਣੀ ਹੁੰਦੀ ਸਮੇਂ ਦੀ, ਚਲੋ ਸਮੇਂ ਦੀ ਮਾਰ ਪਈ, ਭਿਖਾਰਨ ਹੋ ਗਈ। ਹੁਣ ਦਰ ਦਰ ਤੇ ਮੰਗਦੀ ਹੈ ਕਿ ਲੈ ਭਈ ਇੱਕ ਸਿੱਕਾ ਦੇ, ਰੱਬ ਤੈਨੂੰ ਅਨੇਕ ਦਊ, ਤੂੰ ਇੱਕ ਦੇ, ਰੱਬ ਤੈਨੂੰ 10 ਦਊ। ਮੰਗਦੀ ਹੈ, ਉੱਧਰੋਂ ਹੰਕਾਰੀ ਆ ਜਾਂਦਾ ਹੈ, ਜ਼ਾਲਮ ਜ਼ੁਲਮ ਕਰਨ ਵਾਲਾ, ਕਹਿੰਦਾ ਲੈ ਮੈਂ ਅੱਲਾ ਤੈਨੂੰ ਦਿੱਤਾ ਸਿੱਕਾ, ਹੁਣ ਤੂੰ ਮੈਨੂੰ 10 ਦੇ, ਹੁਣੀ ਮੈਨੂੰ 10 ਦੇ। ਤੂੰ ਕਹਿੰਦੀ ਹੈ ਕਿ ਰੱਬ ਤੈਨੂੰ, ਅੱਲਾ ਤੈਨੂੰ 10 ਦੇਗਾ, ਹੁਣੀ ਦੇ। ਉਹ ਕਹਿਣ ਲੱਗੀ ਕਿ ਬੇਟਾ ਤੂੰ ਤਾਂ ਬੇਸ਼ੁਕਰਾ ਇਨਸਾਨ ਹੈ, ਬੇਸਬਰਾ ਇਨਸਾਨ ਹੈ, ਇੱਦਾਂ ਕਰ, ਅੱਲਾ ਤਾਂ ਮੈਨੂੰ ਸਿੱਕਾ ਵੀ ਲੈ ਲੈ। ਮੈਂ ਨਹੀਂ ਤੇ ਸਿੱਕਾ ਲੈਂਦੀ, ਕਿਉਂਕਿ ਤੇਰੇ 'ਚ ਸਬਰ ਨਹੀਂ ਹੈ, ਸ਼ੁਕਰ ਨਹੀਂ ਹੈ। ਸੋ ਹੁੰਦੇ ਇਨਸਾਨ ਇਹੋ ਜਿਹੇ ਜਿਹੜੇ ਕਹਿੰਦੇ ਜੋ ਸਿੱਕਾ ਦਿੱਤਾ ਹੈ ਹੁਣੀ ਹਜ਼ਾਰਾਂ ਮਿਲ ਜਾਣ। ਕਹਿੰਦੇ ਬੇਟਾ ਤੂੰ ਆਪਣਾ ਸਿੱਕਾ ਲੈ ਲੈ। ਤੂੰ ਜ਼ਾਲਮ ਨਹੀਂ ਮੰਨਿਆ, ਨਹੀਂ ਆਪ ਤਾਂ ਕਹਿੰਦੇ ਸੀਗੇ ਇੱਕ ਦੇ 10 ਦੇਊਗਾ ਪਰਮਾਤਮਾ ਸਾਨੂੰ। ਹੁਣ ਪਰਮਾਤਮਾ ਅੱਗੇ, ਰੱਬ ਅੱਗੇ ਅਰਦਾਸ ਬੇਨਤੀ ਕਰ ਮੈਨੂੰ 10 ਦੇਵੇ, ਮੈਂ ਦਿੱਤਾ। ਤਾਂ ਉੱਧਰ ਫਿਰ ਰੱਬ ਦਾ ਫਰਿਸ਼ਤਾ ਵੀ ਆ ਜਾਂਦਾ ਹੈ, ਰੱਬ ਦਾ ਭੇਜਿਆ ਹੋਇਆ ਦਾਸ ਉਹ ਵੀ ਆ ਜਾਂਦਾ ਹੈ, ਜੋ ਕਲਿਆਣ ਕਰਦਾ ਦੁਨੀਆ ਦਾ, ਜੋ ਦੁੱਖਾਂ ਨੂੰ ਝੋਲੀ ਪਾਉਂਦਾ ਹੈ। ਮਸੀਹਾ ਕਹਿੰਦੇ ਆ ਜਾਂਦਾ, ਉਹ ਹੀਰੋ ਆ ਜਾਂਦਾ ਹੈ। ਤੇ ਉਹ ਫਿਰ ਕਰਦਾ ਕੀ ਹੈ, ਕਹਿੰਦਾ ਲੈ ਪਿਆਰਿਆ ਹੁਣ ਤੂੰ ਮੰਗਦਾ ਸੀ 10, ਚੱਲ ਮੈਂ ਤੈਨੂੰ 10 ਦਿੰਦਾ। ਹੁਣ 10 ਦਿੱਤੇ ਕਿੱਦਾਂ? ਕੁੱਟ ਮਾਰ ਕੇ, ਚਾਬਕ 10 ਮਾਰੇ ਫਿਰ ਗਿਣਤੀ ਦੇ। ਲੈ ਭਾਈ ਇੱਕ ਦਿੱਤਾ ਸੀ 10 ਲੈ। ਤੂੰ ਜਿਹੋ ਜਿਹੀ ਭਾਵਨਾ ਦਿੱਤਾ ਸੀ ਉਹੀ ਭਾਵਨਾ ਨੂੰ ਵਾਪਸ ਮਿਲ ਗਿਆ। ਹੰਕਾਰ ਦੀ ਭਾਵਨਾ, ਜ਼ੁਲਮ ਦੀ ਭਾਵਨਾ ਦਿੱਤਾ ਸੀ ਉਹਦੇ ਹੀ ਵਾਪਸ ਮਿਲ ਗਿਆ। ਮੇਰੇ ਪੂਰੇ ਹੀ ਹੈ। ਕਹਿੰਦੇ ਸਰ ਇੱਕ ਲੈ, ਇੱਕ ਦੇ 10 ਤੈਨੂੰ ਮਿਲਣਗੇ। ਉਹਨੇ ਇੱਕ ਦਿੱਤਾ 10 ਮਿਲੇ, ਕੀ 10 ਨੂੰ ਵਾਰ ਮਿਲੇ, ਚਾਬੁਕ ਮਿਲੇ। ਜਿਹੜੇ ਬੇਸਬਰੇ ਹੁੰਦੇ, ਬੇਸ਼ੁਕਰੇ ਹੁੰਦੇ ਆ, ਤੇ ਸ਼ੁਕਰ ਦੇ ਨਾਲ, ਸਬਰ ਦੇ ਨਾਲ ਜੇ ਕੁਝ ਕਰਨਾ, ਦਾਨ ਕਰਨਾ ਹੈ ਤਾਂ ਸ਼ੁਕਰ ਦੇ ਨਾਲ। ਅਸੀਸਾਂ ਲਈਏ ਸੰਤਾਂ ਕੋਲ, ਅਸੀਸਾਂ ਲਈਏ ਬਜ਼ੁਰਗਾਂ ਤੋਂ, ਕਿ ਬਜ਼ੁਰਗਾਂ ਦੀਆਂ ਅਸੀਸਾਂ ਕਿਤੇ ਕੰਮ ਆ ਜਾਂਦੀਆਂ, ਕੀਤੀ ਹੋਈ ਸੇਵਾ ਬੰਦਗੀ ਕੰਮ ਆ ਜਾਂਦੀ ਹੈ। ਹੁਣ ਆਹ ਦੇਖੋ ਮਿਸਾਲ ਤੁਹਾਡੇ ਸਾਹਮਣੇ ਬੈਠੀ ਹੈ। ਹੁਣ ਦੇਖੋ ਬਜ਼ੁਰਗਾਂ ਦੀ ਸੇਵਾ ਕੀਤੀ, ਉਹੀ ਸਾਡੇ ਕੰਮ ਆ ਰਹੀ ਹੈ। ਸਾਡੇ ਦਾਦਾ ਜੀ ਹੋਏ ਹੈ, ਉਹਨਾਂ ਦੀ ਸੇਵਾ ਸਾਨੂੰ ਪ੍ਰਾਪਤ ਹੋਈ ਹੈ ਅਤੇ ਸੇਵਾ ਦਾ ਫਲ ਆ ਮਿਲਿਆ। ਸਾਡੇ ਸਾਈਂ ਲੋਕ ਹੋਏ ਹੈ, ਉਹਨਾਂ ਦੀ ਸੇਵਾ ਸਾਨੂੰ ਮਿਲੀ ਹੈ, ਚਰਨਾਂ ਦੀ ਸੇਵਾ ਮਿਲੀ ਹੈ। ਬਹਿ ਕੇ ਕਹਾਣੀਆਂ ਸੁਣਦੇ ਰਹੇ ਉਹਨਾਂ ਕੋਲ, ਰੱਬ ਦੇ ਘਰ ਦੀਆਂ ਸ਼ਬਦ ਸੁਣਦੇ ਹੈ। ਉਹ ਸੇਵਾ ਬੰਦਗੀ ਇੱਥੇ ਕੰਮ ਆਈ ਹੈ, ਅਸੀਸਾਂ ਇੱਥੇ ਕੰਮ ਆਈਆਂ। ਦਾਦੀ ਜੀ ਹੋਏ, ਦਾਦੀ ਸੇਵਾ ਕਰਦੇ ਰਹੇ। ਨਾਨਾ ਨਾਨੀ ਹੋਏ ਹੈ, ਉਹ ਰੱਬ ਦੇ ਪਿਆਰੇ ਹੋਏ ਆ ਵੀ, ਉਹਨਾਂ ਦੀ ਸੇਵਾ ਸਾਨੂੰ ਮਿਲਦੀ ਆਈ ਹੈ। ਸੋ ਸੇਵਾ ਹੀ ਇੱਥੇ ਤੱਕ ਪਹੁੰਚਾਇਆ ਸੇਵਾ ਨੇ। ਅਸੀਸਾਂ ਮਿਲੀਆਂ, ਪਿਆਰ ਮਿਲਿਆ ਮਹਾਂਪੁਰਖਾਂ ਦਾ, ਨਾ ਬਜ਼ੁਰਗਾਂ ਦਾ, ਇੱਥੇ ਤੱਕ ਪਹੁੰਚੇ ਆ। ਅਤੇ ਗੁਰੂਆਂ ਦੀ ਤਾਂ ਕਿਆ ਹੀ ਬਾਤ ਹੈ, ਗੁਰੂਆਂ ਦੇ ਚਰਨ ਮਿਲ ਗਏ, ਗੁਰੂਆਂ ਦੇ ਸ਼ਬਦ ਮਿਲ ਗਿਆ, ਸੇਵਾ ਬੰਦਗੀ ਮਿਲ ਗਈ, ਇੱਥੇ ਤੱਕ ਪਹੁੰਚੇ ਆ। ਸੋ ਇਸ ਕਰਕੇ ਭਾਈ ਆਪਣੇ ਬਜ਼ੁਰਗਾਂ ਦੀ, ਵੱਡ ਵਡੇਰੇ ਦੀਆਂ ਸੇਵਾ ਬੰਦਗੀ ਕਰੋ, ਅਸੀਸਾਂ ਲਓ, ਵਰਦਾਨ ਲਓ ਕਿ ਘੱਟ ਜੀਵਨ ਆਨੰਦ ਦੇ ਨਾਲ ਭਰਪੂਰ ਹੋ ਜਾਏ, ਖੁਸ਼ੀਆਂ ਨਾਲ ਭਰਪੂਰ ਹੋ ਜਾਏ। ਸੋ ਇੱਥੇ ਆਪਾਂ ਰਸਨਾ ਦਿੰਦੇ ਹਾਂ ਵਿਸ਼ਰਾਮ। ਅਸੀਸ ਬਖਸ਼ ਕੇ ਸੰਤ ਜੰਡੇ ਦੇਵਨ ਦਿਲੋਂ ਦਵਾ, ਧੂਣੇ ਦੇ ਚੁਟਕੇ ਦਿੰਦੇ ਰੋਗ ਗਵਾ। ਬੋਲੇ 100 ਰੁਪਏ ਅਜ਼ਮਤ ਕਾਦਰ ਜੀ, ਸ੍ਰਿਸ਼ਟੀ ਕਰਤਾ ਵਾਲਮੀਕ ਦਇਆਵਾਨ ਜੀ ਕੀ ਜੈ।